ਜਦੋਂ ਦੀ ਸ਼ੋਭਨਾ ਸਰਨੇ ਹੋ ਕੇ ਆਈ ਹੈ, ਉਦੋਂ ਤੋਂ ਹੀ ਉਹ ਹਰ ਵਕਤ ਬੁਝੀ ਜਿਹੀ ਦਿਖਾਈ ਦਿੰਦੀ ਹੈ। ਨਾ ਤਾਂ ਉਹ ਕਿਸੇ ਨਾਲ ਜ਼ਿਆਦਾ ਗੱਲ ਕਰਦੀ ਹੈ ਤੇ ਨਾ ਹੀ ਉਸਨੂੰ ਹਾਸਾ ਆਉਂਦਾ ਹੈ। ਪ੍ਰੀਕਸ਼ਿਤ ਕਈ ਦਿਨਾਂ ਤੋਂ ਉਸਦੇ ਇਸ ਢਹਿੰਦੇ ਹੋਏ ਮਨ ਨੂੰ ਦੇਖ ਰਿਹਾ ਹੈ ਅਤੇ ਪਰੇਸ਼ਾਨ ਹੋ ਰਿਹਾ ਹੈ। ਉਹ ਚਾਹੁੰਦਾ ਹੈ ਕਿ ਸ਼ੋਭਨਾ ਦੀ ਉਦਾਸੀ ਕਿਸੇ ਵੀ ਤਰ੍ਹਾਂ ਖਤਮ ਕੀਤੀ ਜਾਵੇ, ਪਰ ਸਾਰੇ ਹਾਲਾਤ ਨੂੰ ਚੰਗੀ ਤਰ੍ਹਾਂ ਜਾਣਦਾ ਹੋਇਆ ਉਹ ਹਰ ਗੱਲ ਦੁਬਾਰਾ ਉਧੇੜਨਾ ਨਹੀਂ ਸੀ ਚਾਹੁੰਦਾ। ਮੈਡਮ ਕਿਰਨ ਨੇ ਬਥੇਰਾ ਉਸਨੂੰ ਸਮਝਾਇਆ ਕਿ ਇੰਜ ਮਨ ਨੂੰ ਦੁੱਖ ਲਾਉਣ ਨਾਲ ਕੋਈ ਲਾਭ ਨਹੀਂ ਹੋਣਾ। ਜਦ ਹਰਮਿੰਦਰ ਨੇ ਉਸਨੂੰ ਠੁਕਰਾ ਹੀ ਦਿੱਤਾ ਸੀ ਤੇ ਫਿਰ ਉਸ ਨਾਲ ਰਿਸ਼ਤਾ ਹੀ ਕਾਹਦਾ ਹੈ। ਪਰ ਔਰਤ ਦਾ ਦਿਲ ਵੀ ਅਜੀਬ ਹੈ, ਆਦਮੀ ਲਈ ਫਿਰ ਪਸੀਜ ਜਾਂਦਾ ਹੈ। ਸ਼ੋਭਨਾ ਦੇ ਸਾਹਮਣੇ ਬੈਠਾ ਪ੍ਰੀਕਸ਼ਿਤ ਸੋਚ ਰਿਹਾ ਸੀ ਕਿ ਉਹ ਕਿਵੇਂ ਉਸ ਨਾਲ ਗੱਲਬਾਤ ਆਰੰਭ ਕਰੇ। ਉਸ ਨੂੰ ਇਹ ਵੀ ਡਰ ਸੀ ਕਿ ਕੋਈ ਪੁੱਠਾ ਜਵਾਬ ਨਾ ਦੇ ਦੇਵੇ, ਪਰ ਮੁਸ਼ਕਿਲ ਇਹ ਵੀ ਸੀ ਕਿ ਪ੍ਰੀਕਸ਼ਿਤ ਸ਼ੋਭਨਾ ਦੇ ਬਗੈਰ ਰਹਿ ਵੀ ਨਹੀਂ ਸੀ ਸਕਦਾ। ਉਹ ਹਰ ਵਕਤ ਚਾਹੁੰਦਾ ਸੀ ਕਿ ਸ਼ੋਭਨਾ ਉਸ ਦੀਆਂ ਅੱਖਾਂ ਦੇ ਸਾਹਮਣੇ ਰਹੇ। ਉਹ ਜਿੱਥੇ ਵੀ ਜਾ ਕੇ ਬੈਠਦੀ, ਪ੍ਰੀਕਸ਼ਿਤ ਉਹਦੇ ਕੋਲ ਹੀ ਜਾ ਬੈਠਦਾ ਤੇ ਲਗਾਤਾਰ ਉਸਦੇ ਚਿਹਰੇ ਵੱਲ ਦੇਖਦਾ ਰਹਿੰਦਾ। ਉਹ ਉਸ ਦੀਆਂ ਅੱਖੀਆਂ ਵਿੱਚੋਂ ਬਹੁਤ ਕੁਝ ਕੋਖਣ ਦਾ ਯਤਨ ਵੀ ਕਰਦਾ, ਪਰ ਸ਼ੋਭਨਾ ਦੀਆਂ ਅੱਖੀਆਂ ਵਿੱਚੋਂ ਸਿਵਾਏ ਉਦਾਸੀ ਦੇ ਉਸਨੂੰ ਹੋਰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਜਨਵਰੀ ਦੇ ਮਹੀਨੇ ਦਾ ਪਹਿਲਾ ਹਫ਼ਤਾ ਲੰਘ ਚੁੱਕਾ ਸੀ ਤੇ ਦੂਸਰੇ ਹਫ਼ਤੇ ਦੇ ਇੱਕ ਸੋਮਵਾਰ ਲਾਇਬ੍ਰੇਰੀ 'ਚ ਛੁੱਟੀ ਵਾਲੇ ਦਿਨ ਸ਼ੋਭਨਾ ਉੱਪਰਲੀ ਮੰਜ਼ਲ 'ਤੇ ਫਰਸ਼ ਉੱਪਰ ਦਰੀ ਵਿਛਾ ਕੇ ਲੰਮੀ ਪਈ ਧੁੱਪ ਸੇਕ ਰਹੀ ਸੀ ਕਿ ਪ੍ਰੀਕਸ਼ਿਤ ਵੀ ਉਸਦੇ ਕੋਲ ਹੀ ਦਰੀ 'ਤੇ ਜਾ ਬੈਠਾ। ਅੱਜ ਉਹ ਮਨ ਨਾਲ ਪੱਕਾ ਫੈਸਲਾ ਕਰਕੇ ਆ ਗਿਆ ਸੀ ਕਿ ਸ਼ੋਭਨਾ ਕੋਲੋਂ ਆਪਣੇ ਪ੍ਰਤੀ ਪਿਆਰ ਪ੍ਰਤੀ ਜਾਂ ਹਾਂ ਜਾਂ ਨਾ ਜ਼ਰੂਰ ਜਵਾਬ ਲਵੇਗਾ। ਭਾਵੇਂ ਗੱਲ ਕਰਨ ਦੀ ਭੂਮਿਕਾ ਉਸ ਕਿਸੇ ਚੰਗੇ ਢੰਗ ਨਾਲ ਨਹੀਂ ਸੀ ਬਣ ਸਕਿਆ, ਪਰ ਫਿਰ ਵੀ ਉਸਦੇ ਆਪਣੇ ਮਨ ਅੰਦਰ ਅਟਕੀ ਹੋਈ ਗੱਲ ਬਾਹਰ ਕੱਢੀ ਦਿੱਤੀ। ਸ਼ੋਭਨਾ ਜੀ, ਬੜੇ ਦਿਨਾਂ ਤੋਂ ਮੈਂ ਤੁਹਾਡਾ ਮੂਡ ਬੁਝਿਆ ਦੇਖ ਰਿਹਾ ਹਾਂ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਸ ਵਿਅਕਤੀ ਨੇ ਤੁਹਾਨੂੰ ਠੁਕਰਾ ਦਿੱਤਾ ਹੈ, ਉਸ ਲਈ ਤੁਹਾਡੇ ਦਿਲ ਵਿੱਚ ਇੰਨਾ ਪਿਆਰ ਕਿਉਂ ਹੈ, ਜਦ ਕਿ ਉਹ ਇੱਕ ਨੇਕ ਆਦਮੀ ਨਹੀਂ ਸੀ ਤੇ ਜੇਕਰ ਉਹ ਜਿੰਦਾ ਵੀ ਰਹੇ ਤਾਂ ਉਹ ਇੱਕ ਪੂਰਨ ਮਨੁੱਖ ਦੇ ਫਰਜ਼ ਅਦਾ ਨਹੀਂ ਕਰ ਸਕਦਾ। ਮੈਂ ਤਾਂ ਇਹ ਸਮਝਦਾ ਹਾਂ ਇੰਨੇ ਬੁਰੇ ਵਿਅਕਤੀ ਨੂੰ ਕੁਦਰਤ ਨੇ ਠੀਕ ਹੀ ਸਜ਼ਾ ਦਿੱਤੀ ਹੈ, ਨਹੀਂ ਤਾਂ ਕੀ ਪਤਾ ਉਹਨੇ ਕਿੰਨੀਆਂ ਕੁ ਅਬਲਾਵਾਂ ਦੀ ਇੱਜ਼ਤ ਨੂੰ ਬਰਬਾਦ ਕਰਨਾ ਸੀ। ਤੁਸੀਂ ਆਪ ਹੀ ਜਰਾ ਗੌਰ ਨਾਲ ਸੋਚੋ ਕਿ ਉਹ ਹੁਣ ਤੁਹਾਡੇ ਕਿਸ ਕੰਮ ਦਾ ਹੈ। ਪ੍ਰੀਕਸ਼ਿਤ ਬਾਬੂ, ਇੰਜ ਨਾ ਕਹੋ, ਮੈਂ ਅੱਗੇ ਹੀ ਬੜੀ ਦੁਖੀ ਹਾਂ। ਇਸ ਵੇਲੇ ਮੈਨੂੰ ਫਜ਼ੂਲ ਗੱਲ ਕੋਈ ਵੀ ਚੰਗੀ ਨਹੀਂ ਲੱਗਦੀ। ਸ਼ੋਭਨਾ ਨੇ ਤਲਖੀ 'ਚ ਪ੍ਰੀਕਸ਼ਿਤ ਨੂੰ ਜਵਾਬ ਦਿੱਤਾ, ਪਰ ਮੈਂ ਤੇ ਕੋਈ ਵੀ ਫਜ਼ੂਲ ਗੱਲ ਨਹੀਂ ਕੀਤੀ। ਪ੍ਰੀਕਸ਼ਿਤ ਥੋੜ੍ਹਾ ਜਿਹਾ ਤੈਸ਼ ਵਿੱਚ ਆ ਕੇ ਬੋਲਿਆ, ਇਸ ਤੋਂ ਪਹਿਲਾਂ ਜੋ ਤੁਸੀਂ ਕਿਹਾ ਉਹ ਫਜ਼ੂਲ ਹੀ ਸੀ। ਸ਼ੋਭਨਾ ਫਿਰ ਉਸੇ ਰੋਹ ਵਿੱਚ ਬੋਲੀ, ਵਾਹ ਸ਼ੋਭਨਾ ਜੀ, ਬੜਾ ਦੁੱਖ ਲੱਗਾ ਤੁਹਾਨੂੰ ਹਰਮਿੰਦਰ ਦਾ। ਮੈਂ ਤਾਂ ਭਾਵੇਂ ਉਹਦੀ ਸ਼ਕਲ ਨਹੀਂ ਦੇਖੀ, ਉਹ ਕੁਝ ਕਿਹਾ, ਪਰ ਜੋ ਹਕੀਕਤ ਹੈ ਉਸ ਤੋਂ ਤੁਸੀਂ ਕਿਵੇਂ ਮੁੱਕਰ ਸਕਦੇ ਹੋ। ਮੈਨੂੰ ਤਾਂ ਤੁਸੀਂ ਕੋਈ ਵੀ ਗੱਲ ਕਰਨ ਤੋਂ ਰੋਕ ਸਕਦੇ ਹੋ, ਪਰ ਸਰਨੇ ਦੇ ਲੋਕਾਂ ਦਾ ਕਿਵੇਂ ਮੂੰਹ ਬੰਦ ਕਰੋਗੇ, ਜਿਨ੍ਹਾਂ ਦੇ ਸਾਹਮਣੇ ਉਹ ਸ਼ਰੇਆਮ ਬਦਫੈਲੀਆਂ ਕਰਦਾ ਸੀ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਰਬਾਦ ਕਰਦਾ ਸੀ। ਮੈਂ ਤਾਂ ਹੈਰਾਨ ਹਾਂ ਤੁਹਾਡੀ ਸਮਝ 'ਤੇ ਕਿ ਤੁਸੀਂ ਹੋ ਜਾਂ ਅਜੇ ਤੀਕ ਉਸੇ ਗੰਦੇ ਮਨੁੱਖ ਨੂੰ ਹੀ ਪਿਆਰ ਕਰੀ ਜਾਂਦੇ ਹੋ, ਜਿਸ ਨੇ ਤੁਹਾਨੂੰ ਇੱਕ ਨਜਾਇਜ਼ ਬੱਚੇ ਦੀ ਮਾਂ ਵੀ ਬਣਾ ਦਿੱਤਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੀ ਸਮਝ ਵਿੱਚ ਬੜਾ ਫਰਕ ਹੈ। ਜੇ ਫਰਕ ਨਾ ਹੁੰਦਾ ਤਾਂ ਤੁਸੀਂ ਪਹਿਲਾਂ ਵੀ ਸੋਚ ਸਮਝ ਕੇ ਹੀ ਕਦਮ ਪੁੱਟਦੇ। ਹੁਣ ਤੀਕ ਫਜ਼ੂਲ ਹੀ ਉਸਦੇ ਪਿੱਛੇ ਨਾ ਪਏ ਰਹਿੰਦੇ। ਤੁਸੀਂ ਮੈਨੂੰ ਨਹੀਂ ਚਾਹੋਗੇ ਤੇ ਕੋਈ ਗੱਲ ਨਹੀਂ, ਪਰ ਮੈਂ ਤੁਹਾਨੂੰ ਬਹੁਤ ਚਾਹੁੰਦਾ ਹਾਂ, ਇੰਨਾ ਕਿ ਸ਼ਾਇਦ ਮੇਰੇ ਜਿੰਨਾ ਤੁਹਾਨੂੰ ਹੋਰ ਕੋਈ ਵੀ ਨਾ ਚਾਹ ਸਕੇ। ਮੇਰਾ ਪਿਆਰ ਰਾਮ ਰਹੀਮ ਜਿੰਨਾ ਉੱਚਾ ਤੇ ਸੁੱਚਾ ਹੈ। ਇਹ ਜੋ ਮੈਂ ਕਹਿ ਰਹੀ ਹਾਂ ਆਪਣੇ ਸਵਾਰਥ ਲਈ ਨਹੀਂ ਕਹਿ ਰਿਹਾ, ਸਗੋਂ ਜਿੰਨਾ ਮੈਨੂੰ ਆਪਣਾ ਫਿਕਰ ਹੈ ਉਸ ਤੋਂ ਵੀ ਕਿਤੇ ਵੱਧ ਮੈਨੂੰ ਤੁਹਾਡਾ ਫਿਕਰ ਹੈ। ਮੈਂ ਤੁਹਾਨੂੰ ਆਪਣੇ ਬਾਰੇ 'ਚ ਸੋਚਣ ਦਾ ਖੁੱਲ੍ਹਾ ਵਕਤ ਦਿੰਦਾ ਹਾਂ। ਜਿਸ ਦਿਨ ਤੁਹਾਡੀ ਮਰਜ਼ੀ ਹੈ ਸੋਚ ਕੇ ਹਾਂ ਜਾਂ ਨਾ ਦਾ ਜਵਾਬ ਦੇ ਦੇਣਾ, ਪਰ ਮੈਂ ਤੁਹਾਤੋਂ ਚੰਗੇ ਹੀ ਨਤੀਜੇ ਦੀ ਆਸ ਕਰਦਾ ਹਾਂ। ਪ੍ਰੀਕਸ਼ਿਤ ਨੇ ਇਹ ਸਭ ਕੁਝ ਬੜੀ ਦਲੇਰੀ ਨਾਲ ਸ਼ੋਭਨਾ ਨੂੰ ਆਖ ਦਿੱਤਾ, ਪਰ ਸ਼ੋਭਨਾ ਨੇ ਉਸਨੂੰ ਉਸਦੀ ਕਿਸੇ ਵੀ ਗੱਲ ਦਾ ਉੱਤਰ ਨਾ ਦਿੱਤਾ। ਉਹ ਬਿਲਕੁਲ ਚੁੱਪ ਰਹੀ
ਤੇ ਪ੍ਰੀਕਸ਼ਿਤ ਉਸ ਪਾਸੋਂ ਉੱਠ ਕੇ ਚਲਿਆ ਗਿਆ। ਪ੍ਰੀਕਸ਼ਿਤ ਦੇ ਚਲੇ ਜਾਣ ਤੋਂ ਬਾਅਦ ਉਹ ਹੋਰ ਵੀ ਗਹਿਰੀ ਉਲਝਣ ਵਿੱਚ ਫਸ ਗਈ। ਉਹ ਸੋਚ ਰਹੀ ਸੀ ਕੀ ਕਰੇ ਤੇ ਕੀ ਨਾ ਕਰੇ। ਉਸ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਧਾਵਾਂ ਕਾਇਮ ਹੋ ਚੁੱਕੀਆਂ ਸਨ ਤੇ ਉਸ ਦੀਆਂ ਸੋਚਾਂ ਨੇ ਉਸ ਨੂੰ ਚਾਰ ਚੁਫੇਰਿਓਂ ਬੁਰੀ ਤਰ੍ਹਾਂ ਘੇਰ ਲਿਆ ਸੀ ਤੇ ਉਸ ਦੇ ਸਨਮੁਖ ਹੋ ਕੇ ਜਿਵੇਂ ਆਖ ਰਹੀਆਂ ਹੋਣ, ਸ਼ੋਭਨਾ, ਪ੍ਰੀਕਸ਼ਿਤ ਬੁਰਾ ਆਦਮੀ ਨਹੀਂ, ਉਹ ਇੱਕ ਆਦਰਸ਼ਵਾਦੀ ਨੌਜਵਾਨ ਹੈ, ਸਾਰੀ ਜ਼ਿੰਦਗੀ ਤੈਨੂੰ ਖੁਸ਼ ਅਤੇ ਸੁਖੀ ਰੱਖੇਗਾ। ਨਹੀਂ ਸ਼ੋਭਨਾ, ਇਹ ਬਿਲਕੁਲ ਗਲਤ ਕਹਿ ਰਹੀ ਏ। ਜਿਸ ਆਦਮੀ ਦਾ ਮਾਂ ਪਿਓ ਕਿਹੋ ਜਿਹਾ ਹੈ, ਉਹ ਕਿਸ ਕਿਸਮ ਦੇ ਲੋਕ ਹਨ, ਉਹ ਤੈਨੂੰ ਸਵੀਕਾਰ ਕਰਨਗੇ ਵੀ ਜਾਂ ਨਹੀਂ, ਇਹ ਸਭ ਕੁਝ ਚੰਗੀ ਤਰ੍ਹਾਂ ਦੇਖ ਜਾ ਕੇ ਫਿਰ ਸੋਚ ਸਮਝ ਕੇ ਵਿਚਾਰ ਕਰੀ ਕਿ ਪ੍ਰੀਕਸ਼ਿਤ ਨੂੰ ਅਪਣਾਉਣਾ ਹੈ ਕਿ ਨਹੀਂ। ਕਿਤੇ ਪਹਿਲਾਂ ਵਾਂਗੂ ਫੇਰ ਨਾ ਧੋਖਾ ਖਾ ਜਾਵੇਂ। ਕਾਹਲੀ ਕਰਨ ਦੀ ਲੋੜ ਨਹੀਂ, ਬਿਲਕੁਲ ਸੋਚ ਵਿਚਾਰ ਕੇ ਕਦਮ ਪੁੱਟੀ। ਨਹੀਂ ਸ਼ੋਭਨਾ, ਜ਼ਿਆਦਾ ਝਮੇਲੇ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ। ਬੇਸ਼ੱਕ ਤੂੰ ਪ੍ਰੀਕਸ਼ਿਤ ਨੂੰ ਪਰਖ ਕੇ ਦੇਖ ਲੈ, ਉਹ ਤੇਰੀ ਹਰ ਕਸੌਟੀ 'ਤੇ ਪੂਰਾ ਉਤਰੇਗਾ। ਮੈਂ ਫੇਰ ਕਹਿੰਦੀ ਹਾਂ ਕਿ ਇਹ ਇੱਕ ਸੁਨਹਿਰੀ ਮੌਕਾ ਹੈ ਪ੍ਰੀਕਸ਼ਿਤ ਨੂੰ ਅਪਣਾ ਲੈਣ ਦਾ। ਠੀਕ ਹੈ। ਨਹੀਂ ਸ਼ੋਭਨਾ, ਇਹਦੀਆਂ ਗੱਲਾਂ ਵਿੱਚ ਨਾ ਆਵੀਂ। ਉਹ ਬੇਕਾਰ ਲੜਕਾ ਏ, ਤੇਰਾ ਕੀ ਸਵਾਰ ਸਕੇਗਾ। ਉਹ ਤਾਂ ਆਪਣਾ ਗੁਜ਼ਾਰਾ ਆਪ ਨਹੀਂ ਕਰ ਸਕਦਾ, ਤੇਰੀਆਂ ਲੋੜਾਂ ਉਹਨੇ ਕਿੱਥੋਂ ਪੂਰੀਆਂ ਕਰਨੀਆਂ ਨੇ, ਸਗੋਂ ਤੇਰੇ 'ਤੇ ਹੀ ਬੋਝ ਬਣੇਗਾ। ਜਿਹੜਾ ਆਦਮੀ ਔਰਤ ਦਾ ਬੋਝ ਨਹੀਂ ਚੁੱਕ ਸਕਦਾ, ਉਹ ਆਦਮੀ ਕਾਹਦਾ ਏ। ਸ਼ੋਭਨਾ, ਇਹ ਸ਼ੈਤਾਨ ਦੀ ਬੱਚੀ ਤੈਨੂੰ ਗਲਤ ਰਾਹੇ ਪਾ ਰਹੀ ਏ। ਪ੍ਰੀਕਸ਼ਿਤ ਪੜ੍ਹਿਆ ਲਿਖਿਆ ਏ, ਸਿਹਤਮੰਦ ਤੇ ਖੂਬਸੂਰਤ ਹੈ। ਹਾਲ ਦੀ ਘੜੀ ਉਹ ਪੈਸੇ ਤੋਂ ਇਲਾਵਾ ਹੋਰ ਲੋੜਾਂ ਦੀ ਪੂਰਤੀ ਕਰ ਸਕਦਾ ਏ। ਉਸਦੇ ਬੇਕਾਰ ਤੇ ਅਪਾਹਜ ਹਰਮਿੰਦਰ ਕੋਲੋਂ ਹੁਣ ਤੂੰ ਕੀ ਲੈਣਾ ਹੈ। ਤੂੰ ਜਰਾ ਗੌਰ ਨਾਲ ਸੋਚ ਕਿ ਉਸ ਵਿੱਚ ਹੁਣ ਕੋਈ ਮਰਦਾਂ ਵਾਲੀ ਗੱਲ ਬਾਕੀ ਰਹਿ ਗਈ ਏ। ਇਸ ਤੋਂ ਜ਼ਿਆਦਾ ਮੈਂ ਤੈਨੂੰ ਹੋਰ ਕੁਝ ਨਹੀਂ ਕਹਿਣਾ। ਤੂੰ ਕਿਹੜੀ ਬੱਚੀ ਏ ਜਿਹੜੀ ਕਿਸੇ ਗੱਲ ਨੂੰ ਸਮਝ ਨਹੀਂ ਸਕਦੀ। ਉਂਝ ਇੱਕ ਗੱਲ ਯਾਦ ਰੱਖੀ, ਪ੍ਰੀਕਸ਼ਿਤ ਤੈਨੂੰ ਕੋਠੇ ਦੀ ਛੱਤ ਜਿੰਨਾ ਕੰਮ ਦੇਵੇਗਾ ਤੇ ਤੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਿਸ ਕੋਠੇ ਦੀ ਛੱਤ ਨਾ ਹੋਵੇ ਉਸ ਨੂੰ ਧੁੱਪ, ਮੀਂਹ, ਠੰਡ, ਝੱਖੜ ਸਭ ਤੰਗ ਕਰਦੇ ਨੇ। ਠੰਡੇ ਦਿਮਾਗ ਨਾਲ ਸੋਚ ਤੇ ਸਹੀ ਰਾਹ ਅਪਣਾ, ਬੜੀ ਚੰਗੀ ਰਹੇਗੀ। ਚੰਗਾ ਸ਼ੋਭਨਾ, ਮੈਂ ਤੇ ਚੱਲੀ ਆਂ। ਤੂੰ ਐਸ ਸ਼ਰੀਫਜ਼ਾਦੇ ਦੀਆਂ ਸੁਣੀ ਗੱਲਾਂ। ਮੈਨੂੰ ਕੀ, ਜਿਹੜਾ ਖਾਏ ਗਾਜਰਾਂ ਢਿੱਡ ਪੀੜ ਵੀ ਉਹਦੇ ਹੀ ਹੋਵੇਗੀ। ਜਿਵੇਂ ਤੇਰੀ ਮਰਜ਼ੀ, ਮੈਂ ਉਵੇਂ ਹੀ ਕਰ। ਹੁਣ ਮੈਂ ਤੈਨੂੰ ਕੁਝ ਨਹੀਂ ਕਹਿਣਾ, ਜੋ ਕਹਿਣਾ ਸੀ ਕਹਿ ਦਿੱਤਾ ਹੈ। ਇਹ ਵਿਚਾਰ ਦੇ ਕੇ ਵਿਰੋਧੀ ਸੋਚ ਖਤਮ ਹੋ ਗਈ ਤੇ ਸ਼ੋਭਨਾ ਦਾ ਦਿਮਾਗ ਬਿਲਕੁਲ ਸ਼ਾਂਤੀ ਨਾਲ ਕਿਸੇ ਆਖਰੀ ਨਤੀਜੇ 'ਤੇ ਪਹੁੰਚਣ ਲਈ ਤਿਆਰ ਹੋ ਰਿਹਾ ਸੀ। ਸ਼ੋਭਨਾ ਨੇ ਆਪਣੇ ਗੁੱਟ 'ਤੇ ਲੱਗੀ ਘੜੀ ਹੋਈ ਵੱਲ ਦੇਖਿਆ। ਬੇਬੀ ਨੂੰ ਦੁੱਧ ਪਿਲਾਉਣ ਦਾ ਵਕਤ ਹੋ ਚੁੱਕਾ ਸੀ। ਉਹ ਉੱਠੀ, ਬੇਬੀ ਨੂੰ ਉਸਨੇ ਮੋਢੇ ਨਾਲ ਲਾਇਆ ਤੇ ਹੇਠਾਂ ਉਤਰਨ ਲਈ ਪੌੜੀਆਂ ਵੱਲ ਵਧੀ। ਪਹਿਲੀ ਪੌੜੀ 'ਤੇ ਪੈਰ ਰੱਖਣ ਤੋਂ ਪਹਿਲਾਂ ਉਸਨੇ ਆਪਣੇ ਮਕਾਨ ਦੇ ਚਾਰ ਚੁਫੇਰੇ ਨਜ਼ਰ ਫੇਰੀ। ਬਹੁਤ ਸਾਰੇ ਲੋਕ ਮਕਾਨਾਂ 'ਤੇ ਚੜ੍ਹੇ ਧੁੱਪ ਸੇਕ ਰਹੇ ਸਨ ਤੇ ਕਈ ਸ਼ੈਤਾਨ ਮੁੰਡੇ ਪਤੰਗਾਂ ਉਡਾ ਰਹੇ ਸਨ ਤੇ ਉਹਨਾਂ ਦੇ ਆਪਸ ਵਿੱਚ ਪੇਚੇ ਲੱਗ ਰਹੇ ਸਨ ਤੇ ਨਾਲ ਹੀ ਬੜਾ ਸ਼ੋਰ ਵੀ ਮਚਾ ਰਹੇ ਸਨ। ਸ਼ੋਭਨਾ ਨੇ ਦੇਖਿਆ ਕਿ ਇੱਕ ਪਤੰਗ ਡੋਰ ਨਾਲੋਂ ਕੱਟੀ ਗਈ ਹੈ ਤੇ ਉਸਨੂੰ ਬੋਚਣ ਲਈ ਬਹੁਤ ਸਾਰੇ ਮੁੰਡੇ ਬਾਹਾਂ ਉੱਪਰ ਨੂੰ ਫੈਲਾ ਰਹੇ ਸਨ। ਪਰ ਜਦ ਪਤੰਗ ਕਾਫੀ ਹੇਠਾਂ ਆ ਗਈ ਤਾਂ ਸਾਰੇ ਮੁੰਡਿਆਂ ਵਿੱਚ ਉਸ ਨੂੰ ਕਾਬੂ ਕਰਨ ਲਈ ਇੱਕ ਤੇਜ਼ ਦੌੜ ਸ਼ੁਰੂ ਹੋ ਗਈ ਸੀ। ਹਰ ਕੋਈ ਇੱਕ ਦੂਸਰੇ ਨੂੰ ਧੱਕਾ ਮਾਰ ਕੇ ਉਸ ਪਤੰਗ ਨੂੰ ਬੋਚ ਲੈਣਾ ਚਾਹੁੰਦਾ ਸੀ ਤੇ ਅਖੀਰ ਸਾਰੇ ਮੁੰਡੇ ਹੀ ਉਸ ਪਤੰਗ ਉੱਤੇ ਝਪਟ ਪਏ ਤੇ ਉਹ ਪਾੜ ਗਈ। ਕਿਸੇ ਦੇ ਹੱਥ ਸ਼ਤੀਰ ਤੇ ਕਿਸੇ ਦੇ ਹੱਥ ਪਾਟਾ ਹੋਇਆ ਕਾਗਜ਼ ਆਇਆ। ਅਜੇ ਅਜੀਬ ਨਜ਼ਾਰਾ ਦੇਖ ਕੇ ਸ਼ੋਭਨਾ ਹਟੀ ਸੀ ਕਿ ਇੱਕ ਹੋਰ ਪਤੰਗ ਕੱਟੀ ਗਈ। ਮੁੰਡੇ ਫਿਰ ਉਸ ਦੇ ਆਲੇ ਦੁਆਲੇ ਉੱਪਰ ਬਾਹਾਂ ਫੈਲਾ ਰਹੇ ਸਨ, ਪਰ ਐਤਕੀ ਉਹਨਾਂ ਵਿੱਚ ਇੱਕ ਮੁੰਡਾ ਅਜਿਹਾ ਸੀ ਜਿਸਨੇ ਲੰਮੇ ਸਾਰੇ ਟਾਂਗੇ ਉੱਪਰ ਕੰਢਿਆਂ ਵਾਲਾ ਛਾਪਾ ਬੰਨ੍ਹਿਆ ਹੋਇਆ ਸੀ। ਪਤੰਗ ਭਾਵੇਂ ਜ਼ਮੀਨ ਤੋਂ ਕਾਫੀ ਉੱਚੀ ਸੀ ਤੇ ਬਹੁਤ ਸਾਰੇ ਮੁੰਡੇ ਉਸ ਨੂੰ ਫੜਨ ਲਈ ਬਾਹਾਂ ਵੀ ਫੈਲਾ ਰਹੇ ਸਨ ਉੱਪਰ ਨੂੰ, ਪਰ ਟਾਂਗੇ ਵਾਲਾ ਮੁੰਡਾ ਉਸ ਪਤੰਗ ਨੂੰ ਛਾਪੇ ਵਿੱਚ ਅੜਾ ਕੇ ਅਮਨਾ ਅਮਾਨ ਲੈ ਕੇ ਉਹਨਾਂ ਸਾਰਿਆਂ ਤੋਂ ਪਰੇ ਦੌੜ ਗਿਆ। ਇਹ ਸਭ ਕੁਝ ਦੇਖ ਕੇ ਸ਼ੋਭਨਾ ਦੇ ਅੰਦਰ ਦੋ ਤਰ੍ਹਾਂ ਦੀਆਂ ਵਿਚਾਰਧਾਰਾ ਕਾਇਮ ਹੋ ਗਈਆਂ ਤੇ ਉਹ ਸੋਚਦੀ ਹੋਈ ਹੇਠਾਂ ਉਤਰ ਗਈ। ਬੱਚੇ ਵਾਸਤੇ ਦੁੱਧ ਗਰਮ ਕਰਦੀ ਹੋਈ ਉਹ ਪ੍ਰੀਕਸ਼ਿਤ ਦੇ ਬਾਰੇ ਸੋਚਦੀ ਰਹੀ। ਇਸ ਵੇਲੇ ਪ੍ਰੀਕਸ਼ਿਤ ਦੇ ਘਰ ਨਾ ਹੋਣ ਕਰਕੇ ਸ਼ੋਭਨਾ ਨੂੰ ਇਸ
ਇਸ ਗੱਲ ਦਾ ਚੰਗੀ ਤਰ੍ਹਾਂ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੇ ਰੁੱਖੇਪਨ ਸਦਕਾ ਹੀ ਉਹ ਘਰੋਂ ਨਾਰਾਜ਼ ਹੋ ਕੇ ਗਿਆ ਹੈ। ਇਸ ਵਕਤ ਹੀ ਉਸਦੇ ਦਿਮਾਗ ਵਿੱਚ ਇਹ ਵਿਚਾਰ ਜਨਮ ਲੈ ਰਿਹਾ ਸੀ ਕਿ ਪ੍ਰੀਕਸ਼ਿਤ ਉਹਦੇ ਲਈ ਹਰ ਤਰ੍ਹਾਂ ਠੀਕ ਸਾਬਤ ਹੋਵੇਗਾ ਅਤੇ ਪ੍ਰੀਕਸ਼ਿਤ ਪ੍ਰਤੀ ਸ਼ੋਭਨਾ ਦੇ ਦਿਲ ਵਿੱਚ ਪਿਆਰ ਜਾਗ ਪਿਆ। ਉਹ ਆਪਣੇ ਆਪ ਹੀ ਹੱਸ ਪਈ। ਉਸਦਾ ਚਿਹਰਾ ਖਿੜ ਚੁੱਕਾ ਸੀ ਤੇ ਲਾਲੀ ਫਿਰ ਪਹਿਲਾਂ ਵਾਂਗ ਹੀ ਡਲਕਾ ਮਾਰਨ ਲੱਗ ਪਈ ਸੀ। ਉਸਦੇ ਅੰਦਰ ਕਿੰਨਿਆਂ ਹੀ ਦਿਨਾਂ ਤੋਂ ਜੋ ਉਦਾਸੀ ਸਮਾਈ ਹੋਈ ਸੀ, ਪਲਾਂ ਵਿੱਚ ਹੀ ਖਿੰਡ-ਪੁੰਡ ਗਈ। ਸ਼ੋਭਨਾ ਵਿੱਚ ਪੂਰੀ ਤਰ੍ਹਾਂ ਚੰਚਲਤਾ ਆ ਚੁੱਕੀ ਸੀ, ਪਰ ਉਸਦਾ ਮਨ ਪ੍ਰੀਕਸ਼ਿਤ ਨਾਲ ਸ਼ੈਤਾਨੀ ਕਰਨ 'ਤੇ ਤੁਲ ਚੁੱਕਾ ਸੀ। ਉਸਨੇ ਸੋਚ ਲਿਆ ਸੀ ਕਿ ਉਹ ਪ੍ਰੀਕਸ਼ਿਤ ਨੂੰ ਕੁਝ ਦਿਨ ਤੜਪਾਏਗੀ ਤੇ ਜਦੋਂ ਬਹੁਤ ਹੀ ਪਿਆਰ ਜਤਾਏਗਾ ਤੇ ਫਿਰ ਉਸ ਨਾਲ ਹਾਂ ਕੀਤੀ ਜਾਏਗੀ। ਸਿਲਵਰ ਦੀ ਸਾਫ਼ ਬੋਤਲ ਵਿੱਚ ਸ਼ੋਭਨਾ ਨੇ ਦੁੱਧ ਠੰਡਾ ਕਰਕੇ ਪਾਇਆ ਤੇ ਫਿਰ ਉੱਪਰ ਨਿੱਪਲ ਚੜ੍ਹਾ ਕੇ ਬੱਚੇ ਕੋਲ ਚਲੀ ਗਈ। ਸ਼ੋਭਨਾ ਦੇ ਗੋਦ ਵਿੱਚ ਬੱਚਾ ਦੁੱਧ ਪੀਂਦਾ ਹੋਇਆ ਲਗਾਤਾਰ ਉਸਦੇ ਮੂੰਹ ਵੱਲ ਦੇਖੀ ਜਾ ਰਿਹਾ ਸੀ ਤੇ ਕਦੇ-ਕਦੇ ਦੁੱਧ ਪੀਣਾ ਛੱਡ ਕੇ ਉਹ ਹੱਸਣ ਲੱਗ ਪੈਂਦਾ ਸੀ। ਪਹਿਲਾਂ ਦੁੱਧੂ ਪੀ ਲੈ ਬੇਟੇ, ਫਿਰ ਆਪਾਂ ਹੱਸਾਂਗੇ, ਸ਼ੋਭਨਾ ਨੇ ਬੱਚੇ ਦੀ ਖੂਬਸੂਰਤ ਗੱਲ ਉੱਤੇ ਥਪਕੀ ਦਿੰਦੀ ਹੋਈ ਨੇ ਕਿਹਾ। ਪਰ ਬੱਚਾ ਸੀ ਕਿ ਉਹਨੂੰ ਦੁੱਧ ਪੀਣ ਦਾ ਇੰਨਾ ਲਾਲਚ ਨਹੀਂ ਸੀ ਜਿੰਨਾ ਕਿ ਖੇਡਣ ਦਾ। ਉਹ ਖੇਡ ਰਿਹਾ ਸੀ, ਹੱਸ ਰਿਹਾ ਸੀ ਤੇ ਲੱਤਾਂ ਬਾਹਾਂ ਹਿਲਾ ਰਿਹਾ ਸੀ। ਸ਼ੋਭਨਾ ਨੂੰ ਪਤਾ ਸੀ ਕਿ ਅਜੇ ਬੱਚਾ ਭੁੱਖਾ ਹੈ, ਇਸ ਕਰਕੇ ਉਸਨੇ ਉਸਨੂੰ ਫਿਰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਹੁਣ ਬੱਚਾ ਗਟਾਗਟ ਸਾਰਾ ਦੁੱਧ ਪੀ ਗਿਆ ਸੀ ਤੇ ਸ਼ੋਭਨਾ ਖੁਸ਼ ਹੋ ਗਈ ਸੀ ਤੇ ਉਹ ਫਿਰ ਦੋਵੇਂ ਮਾਂ ਪੁੱਤਰ ਆਪਸ ਵਿੱਚ ਹੱਸਣ ਖੇਡਣ ਲੱਗ ਪਏ। 1 ਘੰਟੇ ਬਾਅਦ ਜਦ ਪ੍ਰੀਕਸ਼ਿਤ ਘਰ ਆਇਆ ਤਾਂ ਉਸਦਾ ਮੂਡ ਕੁਝ ਖਰਾਬ ਸੀ। ਸ਼ੋਭਨਾ ਉੱਤੇ ਉਸਨੂੰ ਗੁੱਸਾ ਸੀ ਕਿ ਉਸਨੇ ਉਹਦੇ ਨਾਲ ਚੰਗਾ ਸਲੂਕ ਨਹੀਂ ਕੀਤਾ। ਉਹਨਾਂ ਦੋਵਾਂ ਦੀਆਂ ਆਪਸ ਵਿੱਚ ਨਜ਼ਰਾਂ ਮਿਲੀਆਂ ਤੇ ਸ਼ੋਭਨਾ ਹੱਸ ਪਈ, ਪਰ ਪ੍ਰੀਕਸ਼ਿਤ ਨਹੀਂ ਹੱਸਿਆ ਤੇ ਚੁੱਪਚਾਪ ਉਹ ਅੰਦਰ ਚਲਿਆ ਗਿਆ।